ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਅਸੀਂ ਗੱਲ ਕਰ ਰਹੇ ਸਾਂ ਕਿ ਸੰਤ ਬਣਨ ਦੀ ਸਭ ਤੋਂ ਸੌਖੀ ਵਿਧੀ ਕੀ ਹੈ। ਸ਼ਹਿਨਸ਼ਾਹ ਅੱਗੇ, ਅਕਾਲ ਪੁਰਖ ਅੱਗੇ ਆਪਣਾ ਆਪ ਡਿਵੋਟਡ ਕਰ ਦੇਣਾ, ਆਪਣਾ ਆਪ ਉਸ ਨੂੰ ਅਰਪਣ ਕਰ ਦੇਣਾ। ਜੋ ਵੀ ਕੰਮ ਕਰੋ, ਜੋ ਕੁਛ ਵੀ ਕਰੋ, ਉਹ ਸਾਰਾ ਅਕਾਲ ਪੁਰਖ ਨੂੰ ਅਰਪਣ ਹੋਵੇ ਅਤੇ ਉਹਨੂੰ ਮਿਲਣ ਵਿੱਚ ਦੇਰੀ ਨਹੀਂ ਲੱਗੇਗੀ। ਫਿਰ ਤੁਸੀਂ ਸੰਤ ਰੂਪ ਬਣ ਜਾਓਗੇ। ਇੱਕ ਹੋਰ ਸਾਖੀ ਆਉਂਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਟਾਈਮ ਦੀ। ਮੈਂ ਪਹਿਲਾਂ ਵੀ ਦੱਸਿਆ ਕਿ ਸਾਖੀਆਂ ਜੋ ਹਨ ਇਹਨਾਂ 'ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਵੱਡਿਆਂ ਦੀਆਂ ਕਹਾਣੀਆਂ ਹਨ। ਕਿਸੇ ਨਾ ਕਿਸੇ ਨਾਲ ਤਾਂ ਵਾਪਰੀ ਹੋ ਸਕਦੀ ਹੈ। ਆਪਾਂ ਨੂੰ ਮਤਲਬ ਹੈ ਅੰਬ ਖਾਣ ਦੇ ਨਾਲ, ਪੇਟ ਗਿਣਨ ਦੇ ਨਾਲ ਮਤਲਬ ਨਹੀਂ ਹੈ। ਸੋ ਇਹ ਨਹੀਂ ਸੋਚਣਾ ਵੀ ਸਾਖੀ ਕਿਹਦੇ ਨਾਲ ਵਾਪਰੀ, ਕਿਹਦੇ ਨਾਲ ਨਹੀਂ ਵਾਪਰੀ, ਇੱਦਾਂ ਹੋ ਸਕਦਾ ਨਹੀਂ ਹੋ ਸਕਦਾ। ਅਸੀਂ ਜਿੰਨੀ ਕੁ ਸਾਨੂੰ ਗੱਲ ਚੰਗੀ ਲੱਗਦੀ ਉਨੀ ਵਿੱਚੋਂ ਚੁਣ ਲਓ ਅਤੇ ਤੁਸੀਂ ਅੱਗੇ ਵੱਧਦੇ ਜਾਓਗੇ। ਜੇ ਤੁਸੀਂ ਕਿੰਤੂ ਪਰੰਤੂਆਂ ਦੇ ਚੱਕਰ 'ਚ ਪੈ ਗਏ, ਦਿਮਾਗ ਤੋਂ ਕੰਮ ਲੈਣ ਲੱਗ ਪਏ, ਫਿਰ ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਆਈ। ਫਿਰ ਸਿੱਧ ਨਹੀਂ ਆਏਗੀ। ਜੇ ਬੁੱਧ ਤੁਸੀਂ ਆਪਣੀ ਵਰਤਦੇ ਰਹੇ, ਬੁੱਧ ਪਰਮਾਤਮਾ ਨੂੰ ਨਾ ਦਿੱਤੀ, ਬੁੱਧ ਅਕਾਲ ਪੁਰਖ ਨੂੰ ਨਾ ਦਿੱਤੀ ਤੁਸੀਂ, ਫਿਰ ਤੁਹਾਡੇ ਕੋਲ ਸਿੱਧ ਨਹੀਂ ਆ ਸਕਦੀ। ਸੋ ਜਿਸ ਤਰ੍ਹਾਂ ਕੱਲ੍ਹ ਕਿਹਾ ਸੀ ਵੀ ਅਰਪਣ, ਇਸੇ ਤਰ੍ਹਾਂ ਹੀ ਹੋਰ ਵਿਧੀ ਹੈ ਇੱਕ ਛੋਟੀ ਜਿਹੀ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਟਾਈਮ ਦੇ ਵਿੱਚ ਦੱਸਦੇ ਹਨ ਕਿ ਇੱਕ ਮੀਆਂ ਬੀਵੀ ਸੀ। ਉਹਨਾਂ ਦਾ ਬਹੁਤ ਜ਼ਿਆਦਾ ਪ੍ਰੇਮ ਸੀ ਵਾਹਿਗੁਰੂ ਦੇ ਨਾਲ, ਪਰ ਉਹਨਾਂ ਨੂੰ ਕੋਈ ਰਾਹ ਦੱਸਣ ਵਾਲਾ ਨਹੀਂ ਸੀ ਮਿਲ ਰਿਹਾ। ਉਹਨਾਂ ਨੇ ਕੀ ਕਰਨਾ, ਜਿਹੜਾ ਵੀ ਘਰ ਦੇ ਵਿੱਚ ਜੀਵ ਆਉਣਾ, ਜਿਹੜਾ ਵੀ ਘਰ ਦੇ ਵਿੱਚ ਇਨਸਾਨ ਆਉਣਾ, ਉਹਨੂੰ ਉਹਨਾਂ ਨੇ ਪ੍ਰਸ਼ਾਦਾ ਸੰਤ ਰੂਪ ਕਰਕੇ ਉਹਦੀ ਯਥਾ ਸ਼ਕਤ ਸੇਵਾ ਕਰਨੀ। ਲੀੜੇ ਕੱਪੜੇ ਦੀ ਜਾਂ ਪ੍ਰਸ਼ਾਦੇ ਦੀ ਜੋ ਵੀ ਚਾਹੀਦਾ ਹੋਣਾ, ਜੋ ਵੀ ਲੋੜ ਮੁਤਾਬਕ, ਉਹਨਾਂ ਦੀ ਲੋੜ ਮੁਤਾਬਕ, ਆਪਣੀ ਕਪੈਸਿਟੀ ਮੁਤਾਬਕ ਉਹਨਾਂ ਨੇ ਹਰੇਕ ਦੀ ਸੇਵਾ ਕਰਨੀ। ਬਹੁਤ ਜ਼ਿਆਦਾ ਸੇਵਾ ਕਰਦੇ ਰਹਿਣਾ ਕਿ ਕਦੋਂ ਸਾਨੂੰ ਪਰਮਾਤਮਾ ਦੇ ਦਰਸ਼ਨ ਹੋਣਗੇ, ਕਦੋਂ ਸਾਨੂੰ ਸੱਚਾ ਸੰਤ ਕੋਈ ਮਿਲੇਗਾ ਜਿਹੜਾ ਸਾਨੂੰ ਮਾਰਗ ਪਾਵੇਗਾ। ਇਹ ਗੱਲ ਮਨ ਦੇ ਵਿੱਚ ਬਹੁਤ ਘਰ ਚੁੱਕੀ ਹੈ ਸੇਵਾ ਕਰਦਿਆਂ। ਇੱਕ ਦਿਨ ਦੱਸਦੇ ਹਨ ਵੀ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਘਰ ਦੇ ਵਿੱਚ ਚਲੇ ਗਏ। ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਥਾਸ਼ਕਤ ਸੇਵਾ ਕਰਕੇ, ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਦੀਨ ਦੁਨੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਉਹਨਾਂ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ। ਜਿਸ ਤਰ੍ਹਾਂ ਬਾਕੀਆਂ ਦੀ ਕਰਦੇ ਸੀ, ਉਸ ਤਰ੍ਹਾਂ ਉਹਨਾਂ ਦੀ ਵੀ ਸੇਵਾ ਕਰਕੇ ਉਹਨਾਂ ਅੱਗੇ ਆਪਣੀ ਵੇਦਨਾ ਜ਼ਾਹਿਰ ਕੀਤੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਵੀ ਤੁਹਾਨੂੰ ਕੀ ਚਾਹੀਦਾ, ਤੁਸੀਂ ਕਿਉਂ ਇੰਨੀ ਸੇਵਾ ਕਰਦੇ ਜੇ? ਆਏ ਗਏ ਅਤਿਥੀ ਦੀ, ਆਏ ਗਏ ਇਨਸਾਨ ਦੀ, ਆਏ ਗਏ ਪ੍ਰਾਹੁਣੇ ਦੀ। ਉਹ ਕਹਿਣ ਲੱਗੇ, ਮਹਾਰਾਜ ਅਸੀਂ ਸੱਚੇ ਸੰਤ ਨੂੰ ਲੱਭਦੇ ਫਿਰਦੇ ਹਾਂ, ਸਾਨੂੰ ਸੱਚਾ ਸੰਤ ਨਹੀਂ ਲੱਭਦਾ ਕੋਈ ਵੀ ਜਿਹੜਾ ਸਾਡੀ ਤਸੱਲੀ ਕਰਾ ਸਕੇ। ਅਤੇ ਇਸੇ ਡੀਕ ਦੇ ਵਿੱਚ ਹੀ ਅਸੀਂ ਸੰਗਤ ਦੀ ਸੇਵਾ ਕਰਦੇ ਰਹਿੰਦੇ ਹਾਂ ਵੀ ਕਦੀ ਨਾ ਕਦੀ ਤਾਂ ਕੋਈ ਬੋੜੇਗਾ। ਦੱਸਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਉਹ ਬਾਹਰ, ਜਿਹੜਾ ਉਦੋਂ ਜੰਗਲ ਹੀ ਜ਼ਿਆਦਾ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ, ਖੇਤੀਬਾੜੀ ਯੋਗ ਅਤੇ ਜ਼ਮੀਨਾਂ ਘੱਟ ਸੀ, ਦਰਖਤ ਬਹੁਤ ਹੁੰਦੇ ਸੀ। ਕਹਿੰਦੇ ਉਹ ਬਾਹਰ ਜਿਹੜਾ ਦੂਰ ਇੱਕ ਬੋਹੜ ਦਾ ਦਰਖਤ ਹੈ ਨਾ, ਬਹੁਤ ਵੱਡਾ, ਤੁਸੀਂ ਰੋਟੀ ਆਪਣੀ ਨਾਲ ਲੈ ਜਾਓ ਅਤੇ ਤੁਸੀਂ ਸਾਰਾ ਦਿਨ ਅੱਜ ਉਹਦੇ ਥੱਲੇ ਬੈਠੇ ਰਹਿਣਾ ਆ। ਤੁਹਾਨੂੰ ਉੱਥੋਂ ਸੱਚੇ ਸੰਤ ਦੇ ਦਰਸ਼ਨ ਹੋਣਗੇ। ਉਹ ਦੋਵੇਂ ਜੀ ਜਿਹੜੇ ਸੀ ਬੜੇ ਚਾਅ ਦੇ ਨਾਲ ਰੋਟੀ ਪਾਣੀ ਬੰਨ੍ਹ ਲਿਆ ਸਾਰੀ ਦਿਹਾੜੀ ਵਾਸਤੇ। ਦਿਨ ਚੜ੍ਹੇ ਨਾਲ ਜਾ ਕੇ ਉੱਥੇ ਬੈਠ ਗਏ ਆ। ਕੋਈ ਸਾਰੀ ਦਿਹਾੜੀ ਕੋਈ ਨਹੀਂ ਆਇਆ ਉੱਥੇ, ਪਰ ਉਹਦੇ ਉੱਤੇ ਬੋਹੜ ਦੇ ਉੱਤੇ ਇੱਕ ਕਾਂ ਅਤੇ ਕਾਉਣੀ, ਇੱਕ ਜੋੜਾ ਜਿਹੜਾ ਸੀ ਕਾਵਾਂ ਦਾ, ਉਹ ਬੈਠਾ ਸੀ। ਉਹਨਾਂ ਨੇ ਉਹ ਦੇਖਿਆ ਕਾਂ ਕਰਦਾ ਅਤੇ ਵਾਪਸ ਆ ਗਏ। ਸ਼ਾਮ ਨੂੰ ਜਦੋਂ ਸੂਰਜ ਛਿਪਣ ਲੱਗਾ ਅਤੇ ਘਰ ਆ ਗਏ ਵਾਪਸ। ਗੁਰੂ ਸਾਹਿਬ ਜੀ
ਨੂੰ ਫੇਰ ਦੱਸਿਆ ਆ ਕੇ। ਗੁਰੂ ਸਾਹਿਬ ਜੀ ਨੇ ਪੁੱਛਿਆ, ਸੁਣਾਓ ਬਈ ਹੋਏ ਤੁਹਾਨੂੰ ਦਰਸ਼ਨ? ਕਹਿੰਦੇ ਨਹੀਂ ਮਹਾਰਾਜ, ਕੋਈ ਦਰਸ਼ਨ ਨਹੀਂ ਹੋਏ, ਕਿਸੇ ਦੇ ਦਰਸ਼ਨ ਨਹੀਂ ਹੋਏ। ਕਹਿੰਦੇ ਕੋਈ ਉੱਥੇ ਕੋਈ ਨਾ ਕੋਈ ਤਾਂ ਪਹੁੰਚਿਆ ਹੋਏਗਾ। ਕਹਿੰਦੇ ਮਹਾਰਾਜ ਨਹੀਂ ਪਹੁੰਚਿਆ, ਕੋਈ ਜਾਨਵਰ, ਕੋਈ ਪੰਛੀ, ਕੋਈ ਕਿਸੇ ਤਰ੍ਹਾਂ ਦੀ ਜੇ। ਕਹਿੰਦੇ ਮਹਾਰਾਜ ਬੋਰਡ ਦੇ ਉੱਤੇ ਇੱਕ ਪੰਛੀਆਂ ਦਾ ਜੋੜਾ ਸੀ, ਕਾਵਾਂ ਦਾ ਜੋੜਾ ਦਿਸਿਆ ਸਾਨੂੰ, ਹੋਰ ਕੋਈ ਨਹੀਂ ਦਿਸਿਆ। ਕਹਿਣ ਲੱਗੇ ਚਲੋ ਕੋਈ ਨਹੀਂ, ਸਵੇਰੇ ਤੁਸੀਂ ਫੇਰ ਜਾਣਾ ਆ, ਅਗਲੇ ਦਿਨ ਫੇਰ ਜਾਣਾ ਤੁਸੀਂ। ਅਗਲੇ ਦਿਨ ਫੇਰ ਗਏ ਦੋਵੇਂ ਜੀ ਜਿਹੜੇ ਸੀ, ਰੋਟੀ ਬੰਨ੍ਹ ਲਈ, ਪਾਣੀ ਬੰਨ੍ਹ ਲਿਆ, ਸਵੇਰੇ ਸੂਰਜ ਚੜ੍ਹਦਿਆਂ ਹੀ ਚਲੇ ਗਏ ਆ। ਸਾਰਾ ਦਿਨ ਬੈਠੇ ਰਹੇ ਆ, ਫਿਰ ਕੋਈ ਨਹੀਂ ਦਿਸਿਆ ਉੱਥੇ। ਪਰ ਉੱਥੇ ਇੱਕ ਬਗਲਿਆਂ ਦਾ ਜੋੜਾ, ਚਿੱਟੇ ਰੰਗ ਦਾ ਬਗਲਿਆਂ ਦਾ ਜੋੜਾ ਉਹਨਾਂ ਨੂੰ ਬੈਠਾ ਦਿਸਿਆ। ਸ਼ਾਮ ਨੂੰ ਵਾਪਸ ਆ ਗਏ ਦਿਨ ਢਲਦੇ ਦੇ ਨਾਲ। ਫਿਰ ਆ ਕੇ ਗੁਰੂ ਸਾਹਿਬ ਜੀ ਨੂੰ ਦੱਸਿਆ, ਮਹਾਰਾਜ ਅੱਜ ਫੇਰ ਨਹੀਂ ਕੋਈ ਦਿਸਿਆ ਸਾਨੂੰ, ਸੰਤ ਦੇ ਦਰਸ਼ਨ ਕਰਨ ਗਏ ਸਾਂ, ਅੱਜ ਫੇਰ ਨਹੀਂ ਸਾਨੂੰ ਕੋਈ ਵੀ ਸੰਤ ਦਿਸਿਆ, ਉੱਥੇ ਕੋਈ ਨਹੀਂ ਲੱਭਿਆ। ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਕਹਿੰਦੇ ਵੀ ਕੋਈ ਜਾਨਵਰ, ਪੰਛੀ? ਕਹਿੰਦੇ ਹਾਂ ਮਹਾਰਾਜ, ਬਗਲਿਆਂ ਦਾ ਇੱਕ ਜੋੜਾ ਦਿਸਿਆ ਸੀ। ਕਹਿੰਦੇ ਕੋਈ ਨਹੀਂ, ਤੁਸੀਂ ਦਿਲ ਛੋਟਾ ਨਾ ਕਰੋ, ਤੁਸੀਂ ਅੱਜ ਫੇਰ ਜਾਓ। ਤੀਜੇ ਦਿਨ ਉਹ ਫੇਰ ਚਲੇ ਗਏ ਆ ਘਰੋਂ ਰੋਟੀ ਪਾਣੀ ਬੰਨ੍ਹ ਕੇ। ਸੁਬਾਹ ਉੱਠਦਿਆਂ ਸਾਰਾ ਦਿਨ ਫੇਰ ਬੈਠੇ ਰਹੇ ਹਨ ਅਤੇ ਕੁਛ ਨਹੀਂ ਉਹਨਾਂ ਨੂੰ ਦਿਸਦਾ। ਕੀ ਦੇਖਦੇ ਹਨ ਕਿ ਬੋਰਡ ਦੇ ਉੱਤੇ ਇੱਕ ਹੰਸਾਂ ਦਾ ਜੋੜਾ ਬੈਠਾ ਹੋਇਆ ਹੈ। ਅਤੇ ਸ਼ਾਮ ਨੂੰ ਦਿਨ ਟਲੇ ਉਹ ਫੇਰ ਵਾਪਸ ਆ ਗਏ ਆ ਕੇ ਗੁਰੂ ਸਾਹਿਬ ਜੀ ਨੂੰ ਅੱਗੇ ਫੇਰ ਆ ਕੇ ਪੁਕਾਰ ਕਰਦੇ, ਮਹਾਰਾਜ ਸਾਡੇ ਏਡੇ ਕਰਮ ਮਾੜੇ ਨੇ, ਅਸੀਂ ਏਡੇ ਕਿਸਮਤ ਦੇ ਮਾੜੇ ਆ ਕਿ ਜਿਨ੍ਹਾਂ ਨੂੰ ਤੁਸੀਂ ਰੋਜ਼ ਘਲਾਉਂਦੇ ਜੇ ਅਤੇ ਸਾਨੂੰ ਅਜੇ ਤੱਕ ਦਰਸ਼ਨ ਨਹੀਂ ਹੋ ਰਹੇ। ਕਹਿੰਦੇ ਚਲੋ ਆਪੇ ਸਤਿਗੁਰ ਕਿਰਪਾ ਕਰਨਗੇ, ਆਪੇ ਅਕਾਲ ਪੁਰਖ ਕਿਰਪਾ ਕਰਨਗੇ, ਤੁਸੀਂ ਦਿਲ ਨਹੀਂ ਛੋਟਾ ਕਰਨਾ, ਤੁਸੀਂ ਅੱਜ ਚੌਥੇ ਦਿਨ ਫੇਰ ਜਾਓ ਉੱਥੇ। ਜਦੋਂ ਚੌਥੇ ਦਿਨ ਗਏ ਉੱਥੇ, ਸਵੇਰੇ ਬੰਨ੍ਹ ਲਿਆ ਪਾਣੀ, ਰਾਸ਼ਨ ਪਾਣੀ ਬੰਨ੍ਹ ਕੇ ਫੇਰ ਚੌਥੇ ਦਿਨ ਫੇਰ ਇਸੇ ਲਾਲਸਾ ਦੇ ਵਿੱਚ ਵੀ ਅੱਜ ਸਾਨੂੰ ਸੰਤਾਂ ਮੂੰਹ ਪੁਰਖਾਂ ਦੇ ਦਰਸ਼ਨ ਹੋਣਗੇ। ਉਹ ਫੇਰ ਚੌਥੇ ਦਿਨ ਚਲੇ ਗਏ, ਉਸੇ ਬੋਰਡ ਦੇ ਥੱਲੇ ਜਾ ਕੇ ਬੈਠ ਗਏ ਨੇ। ਅਤੇ ਕੀ ਦੇਖਦੇ ਹਨ ਕਿ ਇੱਕ ਜੋੜਾ ਆਉਂਦਾ ਹੈ, ਇੱਕ ਔਰਤ ਇੱਕ ਮਰਦ, ਦੋਵੇਂ ਜਾ ਕੇ ਉਹਨਾਂ ਦੇ ਆ ਕੇ ਅਤੇ ਉਹਨਾਂ ਦੇ ਅੱਗੇ ਆ ਕੇ ਅਤੇ ਪੈਰੀਂ ਹੱਥ ਲਾਉਂਦੇ ਆ ਅਤੇ ਮੱਥਾ ਟੇਕਦੇ ਆ ਉਹਨਾਂ ਨੂੰ। ਇਹ ਕੋਸ਼ਿਸ਼ ਕਰਦੇ ਉਹਨਾਂ ਦੇ ਪੈਰੀਂ ਹੱਥ ਲਾਉਣ ਦੀ। ਕਹਿੰਦੇ ਆ ਵੀ ਸਾਨੂੰ ਕਿਸੇ ਇਨਸਾਨ ਨੇ ਭੇਜਿਆ ਆ, ਕਿਸੇ ਮਹਾਂਪੁਰਖ ਨੇ ਭੇਜਿਆ ਵੀ ਤੁਹਾਨੂੰ ਸੱਚੇ ਸੰਤ ਦੇ ਦਰਸ਼ਨ ਕਰਾਉਣੇ ਆ, ਅਤੇ ਅਸੀਂ ਦਰਸ਼ਨ ਕਰਨ ਵਾਸਤੇ ਅੱਜ ਚੌਥਾ ਦਿਨ ਹੋ ਗਿਆ ਆ, ਦਰਸ਼ਨ ਕਰਨ ਵਾਸਤੇ ਆਉਂਦੇ ਹਾਂ, ਤਾਂ ਅੱਜ ਤੁਹਾਡੇ ਦਰਸ਼ਨ ਹੋਏ ਆ, ਤਾਂ ਕਰਕੇ ਤੁਸੀਂ ਸਾਨੂੰ ਪੈਰੀਂ ਹੱਥ ਲਾ ਲੈਣ ਦਿਓ। ਉਹ ਜਿਹੜਾ ਨਵਾਂ ਜੋੜਾ ਆਇਆ ਸੀ ਉੱਥੇ, ਉਹ ਕਹਿੰਦੇ ਭਲਿਓ ਪੁਰਸ਼ੋ, ਸੰਤ ਅਸੀਂ ਨਹੀਂ ਹਾਂ, ਸੰਤ ਤੁਸੀਂ ਜੇ, ਜਿਹੜੇ ਇੰਨੀ ਘਾਲਣਾ ਕਰ ਰਹੇ ਹੋ, ਇੰਨੀ ਸੰਗਤ ਦੀ ਸੇਵਾ ਕਰ ਰਹੇ ਹੋ, ਇੰਨੇ ਪ੍ਰੇਮ ਦੇ ਨਾਲ ਤੁਸੀਂ ਬਚਨ ਮੰਨਦੇ ਹੋ ਕਿਸੇ ਵੀ ਮਹਾਂਪੁਰਖ ਦਾ। ਸੰਤ ਤੁਸੀਂ ਹੋ, ਸੰਤ ਅਸੀਂ ਨਹੀਂ ਹਾਂ। ਕਹਿੰਦੇ ਫਿਰ ਤੁਸੀਂ ਕੌਣ ਜੇ ਅਸੀਂ ਸੰਤ ਨਹੀਂ ਗੇ, ਅਤੇ ਜੇ ਤੁਸੀਂ ਸੰਤ ਨਹੀਂ ਗੇ ਤਾਂ ਤੁਸੀਂ ਕੌਣ ਜੇ? ਕਹਿੰਦੇ ਅਸੀਂ ਉਹ ਪਹਿਲੇ ਦਿਨ ਵਾਲੇ ਕਾਲੇ ਕਾਂ ਹਾਂ, ਜਿਹੜੇ ਪਹਿਲੇ ਦਿਨ ਤੁਹਾਨੂੰ ਬੋਰਡ ਦੇ ਉੱਤੇ ਦਿਸੇ ਸਾਂ ਬੈਠੇ। ਦੂਸਰੇ ਦਿਨ ਤੁਹਾਡੀ ਸੰਗਤ ਕਰਕੇ ਅਸੀਂ ਕਾਲਿਆਂ ਤੋਂ ਅਸੀਂ ਚਿੱਟੇ ਹੋ ਗਏ, ਚਿੱਟੇ ਬਗਲੇ ਬਣ ਗਏ ਅਸੀਂ। ਦੂਸਰੇ ਦਿਨ ਦੀ ਤੁਹਾਡੀ ਸੰਗਤ ਕਰਕੇ ਅਤੇ ਅਸੀਂ ਬਗਲਿਆਂ ਤੋਂ ਹੰਸ ਹੋ ਗਏ ਅਤੇ ਤੀਸਰੇ ਦਿਨ ਅਸੀਂ ਤੁਹਾਡੀ ਸੰਗਤ ਕਰਕੇ ਤਾਂ ਅਸੀਂ ਹੰਸਾਂ ਤੋਂ ਇਨਸਾਨ ਬਣ ਗਏ। ਅੱਜ ਅਸੀਂ ਇਨਸਾਨ ਬਣ ਕੇ ਤੁਹਾਡੇ ਨਾਲ ਬਚਨ ਕਰ ਰਹੇ ਹਾਂ। ਅਸਲੀ ਸੰਤ ਤੁਸੀਂ ਹੋ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਹੀ ਸਾਡਾ ਜੀਵਨ ਪਲਟਾ ਹੋ ਗਿਆ। ਜਿਹੜੇ ਤੁਹਾਡੇ ਘਰ ਆਏ ਹਨ ਉਹ ਅਕਾਲ ਪੁਰਖ ਦਾ ਰੂਪ ਹਨ। ਸੰਤ ਤੁਸੀਂ ਹੋ, ਜਿਨ੍ਹਾਂ ਨੂੰ ਤੁਸੀਂ ਲੱਭਦੇ ਫਿਰਦੇ ਹੋ, ਉਹ ਤੁਸੀਂ ਖੁਦ ਆਪ ਹੋ। ਜਿਹੜੇ ਤੁਹਾਡੇ ਘਰ ਆ ਕੇ ਤੁਹਾਨੂੰ ਰਸਤਾ ਦੱਸਣ ਆਏ ਹਨ, ਉਹ ਸੰਤ ਰੂਪ ਹਨ। ਸੋ ਕਹਾਣੀ ਸੰਕੇਤਕ ਹੈ, ਪਰ ਹੈ ਦਿਲ ਨੂੰ ਟੁੰਬਣ ਵਾਲੀ, ਬਹੁਤ ਵਧੀਆ ਹੈ। ਇਸੇ ਤਰ੍ਹਾਂ ਇਨਸਾਨ ਜਦੋਂ ਗੁਰੂ ਚਰਨਾਂ ਵਿੱਚ ਜਾਂਦਾ ਹੈ, ਇਨਸਾਨ ਜਦੋਂ ਰੱਬ ਦੇ ਨਾਂ ਨਾਲ ਜੁੜਦਾ ਹੈ, ਨਾਮ ਨਾਲ, ਬਾਣੀ ਨਾਲ ਜੁੜਦਾ ਹੈ, ਤਾਂ ਉਹ ਪਹਿਲੋਂ ਕਾਂ ਦੇ ਰੂਪ ਵਿੱਚ ਹੁੰਦਾ ਹੈ। ਬਾਅਦ ਵਿੱਚ ਉਹਦੇ ਥੋੜ੍ਹਾ ਜਿਹਾ ਬਸਤਰ ਹੈ, ਉਹਦੀਆਂ ਥੋੜ੍ਹਾ ਜਿਹਾ ਚਕਾਰਾ ਕਰਮ ਜਿਹੜੇ ਆ ਉਹ ਬਗਲਿਆਂ ਵਰਗੇ ਹੋ ਜਾਂਦੇ ਹਨ, ਚਿੱਟੇ ਰੂਪ ਦੇ ਵਿੱਚ ਆ ਜਾਂਦਾ ਹੈ। ਫਿਰ ਨਾਮ ਜਪਦਿਆਂ ਉਹ ਹੰਸ ਦਾ ਰੂਪ ਧਾਰ ਲੈਂਦਾ ਹੈ। ਫਿਰ ਨਾਮ ਜਪਦਿਆਂ ਹੰਸ ਤੋਂ ਵੀ ਉਹ ਸੱਚਾ ਇੱਕ ਇਨਸਾਨ ਬਣ ਜਾਂਦਾ। ਜਦੋਂ ਅਸੀਂ ਇੱਕ ਪੂਰਨ ਇਨਸਾਨ ਬਣ ਜਾਂਦੇ ਹਾਂ, ਜਦੋਂ ਸਾਡੇ ਵਿੱਚ ਇਨਸਾਨੀਅਤ ਪੈਦਾ ਹੋ ਜਾਂਦੀ ਹੈ, ਅਤੇ ਅਸੀਂ ਸੱਚੀ ਮੁੱਚੀ ਰੱਬ ਦੇ ਰੂਪ ਹੋ ਜਾਂਦੇ ਹਾਂ। ਕਿਉਂਕਿ ਰੱਬ ਨੇ ਜਿਹੜੇ ਗੁਣ, ਰੱਬ ਦੇ ਜੋ ਗੁਣ ਹਨ, ਉਹ ਇੱਕ ਪੂਰੇ ਇਨਸਾਨ ਦੇ ਵਿੱਚ ਆ ਜਾਂਦੇ ਹਨ। ਕਿਉਂਕਿ ਪੂਰਾ ਇਨਸਾਨ ਸਤਿਗੁਰ ਜੀ ਨੇ
ਇਨਸਾਨ ਨੂੰ ਪੂਰਨ ਬਣਾਇਆ ਹੈ ਆਪਣੇ ਆਪ ਦੇ ਵਿੱਚ। ਉਹਨੇ ਆਪਣੀ ਸੂਰਤ ਦੇ ਉੱਤੇ ਬਣਾਇਆ ਹੈ ਇਨਸਾਨ ਨੂੰ। ਬਾਕੀ ਸਾਰੀਆਂ ਜੋਨਾਂ ਛੋਟੀਆਂ ਹਨ। ਸਿਰਫ ਇੱਕ ਇਨਸਾਨ ਹੀ ਹੈ ਜੋ ਰੱਬ ਰੂਪ ਹੈ। ਪਰ ਇਹ ਮਾਇਆ ਦੇ ਮਗਰ ਲੱਗ ਕੇ, ਮਾਇਆ ਦੇ ਚੱਕਰ ਦੇ ਵਿੱਚ ਫਸ ਕੇ, ਪਰਮਾਤਮਾ ਨੂੰ ਭੁੱਲ ਕੇ ਆਪਣੇ ਆਪ ਬਹੁਤ ਦੂਰੀਆਂ ਵਧਾ ਲਈਆਂ ਹਨ ਪਰਮਾਤਮਾ ਤੋਂ। ਅਸਲ ਦੇ ਵਿੱਚ ਪਰਮਾਤਮਾ ਦਾ ਰੂਪ ਜਿਹੜਾ ਹੈ ਉਸ ਇਨਸਾਨ ਹੈ, ਕਿਉਂਕਿ ਇਨਸਾਨ ਨੂੰ ਪਰਮਾਤਮਾ ਨੇ ਆਪਣੇ ਰੂਪ ਦੇ ਉੱਤੇ ਬਣਾਇਆ ਹੈ। ਸੋ ਅੱਜ ਦਾ ਇੰਨਾ ਹੀ। ਕੱਲ੍ਹ ਨੂੰ ਸਤਿਗੁਰੂ ਜੀ ਕਿਰਪਾ ਕਰਨ, ਹੋਰ ਕਿਸੇ ਨਵੇਂ ਪਾਸੇ ਨੂੰ ਚੱਲਾਂਗੇ। ਸੋ ਗਲਤੀਆਂ ਭੁੱਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।